ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਡਾਕਟਰ ਪਵਲੀਨ ਕੌਰ, ਮੈਂ ਆਰਗੇਨਾਈਜ਼ਿੰਗ ਸੈਕਟਰੀ ਆਫ ਪੰਜਾਬ ਮੈਡੀਕਲ ਸੈੱਲ ਜੋ ਕਿ ਇੱਕ ਸੰਸਥਾ ਦੇ ਨਾਲ ਜੁੜੀ ਹੋਈ ਹੈ ਜਿਸ ਦਾ ਨਾਮ ਹੈ ਮਾਨਵ ਅਧਿਕਾਰ ਸੰਘਰਸ਼ ਕਮੇਟੀ। ਅੱਜ ਅਸੀਂ ਇੱਕ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੋ ਕਿ ਆਫਕੋਰਸ ਸਾਰੀ ਦੁਨੀਆ ਨੇ ਕੁਝ ਹਫ਼ਤੇ ਪਹਿਲਾਂ ਸੁਣਿਆ ਹੋਏਗਾ। ਹਾਥਰਸ ਵਾਲੀ ਜਗ੍ਹਾ ਦੇ ਵਿੱਚ ਇੱਕ ਰੇਪ ਘਟਨਾ ਹੋਈ ਸੀ ਜੋ ਕਿ ਬਹੁਤ ਹੀ ਨਾਬਾਲਿਗ ਬੱਚੀ, ਉਸਦੀ ਉਮਰ ਆਈ ਥਿੰਕ 23 ਈਅਰਸ ਤੋਂ ਵੀ ਘੱਟ ਹੋਏਗੀ, ਮਿਨੀਮਮ 20 ਈਅਰਸ। ਮਨੀਸ਼ਾ ਨਾਮ ਦੀ ਕੁੜੀ, ਜਿਸ ਦੇ ਨਾਲ ਬਹੁਤ ਹੀ ਗਿਨੋਨੀ ਹਰਕਤ ਹੋਈ ਹੈ ਐਂਡ ਪੂਰਾ ਦੇਸ਼ ਉਸ ਬਾਰੇ ਗੱਲਾਂ ਤਾਂ ਜ਼ਰੂਰ ਕਰ ਰਿਹਾ ਹੈ। ਬਹੁਤ ਸਾਰੇ ਲੋਕ ਕੈਂਡਲ ਮਾਰਚ ਵੀ ਕਰ ਰਹੇ ਆ, ਲੋਕ ਲੈਕਚਰ ਵੀ ਦੇ ਰਹੇ ਆ। ਨੋ ਡਾਊਟ ਮੈਂ ਵੀ ਅੱਜ ਤੁਹਾਡੇ ਸਾਹਮਣੇ ਬੋਲ ਰਹੀ ਹਾਂ, ਪਰ ਇੱਕ ਬਹੁਤ ਇੰਪੋਰਟੈਂਟ ਚੀਜ਼ ਜੋ ਕਿ ਸਾਡੀ ਗਵਰਨਮੈਂਟ ਨੂੰ ਨਜ਼ਰ ਨਹੀਂ ਆ ਰਹੀ, ਪੁਲਿਸ ਵਿਭਾਗ ਨੂੰ ਨਜ਼ਰ ਨਹੀਂ ਆ ਰਹੀ, ਐਂਡ ਇੱਥੇ ਜੁੜੀਆਂ ਬਹੁਤ ਸਾਰੀਆਂ ਸੰਸਥਾਵਾਂ ਜੋ ਕਿ ਇਸ ਬਾਰੇ ਕੋਈ ਵੀ ਚੰਗੀ ਤਰ੍ਹਾਂ ਕੋਈ ਵੀ ਅੱਛੀ ਤਰ੍ਹਾਂ ਕੋਈ ਕਾਨੂੰਨ ਲਾਗੂ ਨਹੀਂ ਕਰ ਰਹੇ, ਜਿਸ ਕਰਕੇ ਕਿ ਰੋਜ਼ ਦੀ ਰੋਜ਼ ਇੱਥੇ ਬਹੁਤ ਸਾਰੇ ਰੇਪ ਹੁੰਦੇ ਆ ਰਿਹਾ ਹੈ। ਐਂਡ ਸਭ ਤੋਂ ਜ਼ਿਆਦਾ ਸ਼ੌਕਿੰਗ ਗੱਲ ਇਹ ਹੈ, ਅਗਰ ਕੁਛ ਦਿਨ ਪਹਿਲੇ ਹਾਥਰਸ ਦੇ ਵਿੱਚ ਮਨੀਸ਼ਾ ਦੇ ਨਾਲ ਇੰਨੀ ਜ਼ਿਆਦਾ ਬੁਰੀ ਹਰਕਤ ਹੋਈ, ਉਸੇ ਵਾਲੀ ਕੰਟੀਨਿਊਟੀ ਦੇ ਵਿੱਚ ਅਗਲੇ ਦਿਨ ਸੇਮ ਉਸੇ ਇਲਾਕੇ ਵਿੱਚ ਇੱਕ ਲੜਕੀ ਨਾਲ ਸੇਮ ਇਹੀ ਚੀਜ਼ ਹੋਈ। ਦੈਨ ਉਸ ਤੋਂ ਬਾਅਦ ਅੱਜ ਸਵੇਰ ਦੀ ਨਿਊਜ਼ਪੇਪਰ ਪੜ੍ਹੋ, ਉਸ ਦੇ ਵਿੱਚ ਵੀ ਸੇਮ ਇਹੀ ਚੀਜ਼ ਹੋ ਰਹੀ ਹੈ। ਸਾਨੂੰ ਐਕਚੁਅਲੀ ਸੁਣ ਕੇ ਫਰੈਂਕਲੀ ਸਪੀਕਿੰਗ ਗੂਜ਼ ਬੰਪਸ ਹੋ ਜਾਂਦੇ ਹਨ। ਇੰਨਾ ਜ਼ਿਆਦਾ ਗੁੱਸਾ ਆਉਂਦਾ ਆਪਣੇ ਪੂਰੇ ਸਮਾਜ ਦੇ ਉੱਪਰ ਐਂਡ ਇਸ ਟਾਈਪ ਦੇ ਲੋਕਾਂ ਦੇ ਉੱਪਰ। ਪਹਿਲੀ ਗੱਲ ਇਹ ਹੈ ਕਿ ਅਗਰ ਯੂਪੀ ਦੇ ਵਿੱਚ ਕਿਸੇ ਦੀ ਗਾਂ ਨੂੰ ਕੁਝ ਕਰ ਦਿੱਤਾ ਜਾਏ ਐਂਡ ਪੂਰੀ ਦੁਨੀਆ ਧਰਮ ਸਥਾਨਾਂ ਦੀਆਂ ਜਾਂ ਇੱਟਾਂ ਹਿਲਾ ਦਿੱਤੀਆਂ ਜਾਣ, ਤਾਂ ਉਹ ਸਾਰੇ ਲੋਕ ਉੱਥੇ ਅੱਗਾ ਲਗਾ ਦਿੰਦੇ ਹੈ, ਪੂਰੇ ਸਮਾਜ ਨੂੰ ਚੰਗੀ ਤਰ੍ਹਾਂ ਲਾਈਕ ਤਲਵਾਰਾਂ ਲੈ ਕੇ ਇੱਕ ਦੂਸਰੇ ਨੂੰ ਮਾਰਨ ਤੱਕ ਆ ਜਾਂਦੇ ਆ। ਉਸ ਤੋਂ ਬਾਅਦ ਵਿੱਚ ਜੋ ਸੈਕਿੰਡ ਸ਼ੌਕਿੰਗ ਨਿਊਜ਼ ਇਹ ਹੈ ਕਿ ਪੁਲਿਸ ਨੇ ਮਨੀਸ਼ਾ ਦਾ ਜੋ ਡੈਡ ਬੋਡੀ ਹੈ ਉਸਦਾ ਕ੍ਰੀਮੇਸ਼ਨ ਖੁਦ ਕਰ ਦਿੱਤਾ, ਜੋ ਕਿ ਇੱਕ ਫੈਮਿਲੀ ਦਾ ਅਧਿਕਾਰ ਬਣਦਾ ਹੈ ਕਿ ਬੱਚੇ ਨੂੰ ਐਟਲੀਸਟ ਜੋ ਵੀ ਉਹਨਾਂ ਨੇ ਮਰਨ ਤੋਂ ਬਾਅਦ ਜੋ ਰਸਮਾਂ ਪੂਰੀਆਂ ਕਰਨੀਆਂ ਹੁੰਦੀਆਂ, ਇੱਕ ਫੈਮਿਲੀ ਦੀ ਰਿਸਪੌਂਸਿਬਿਲਿਟੀ ਹੈ, ਫੈਮਿਲੀ ਦੀ ਇੱਕ ਡਿਜ਼ਾਇਰ ਹੁੰਦੀ ਆ, ਉਹਨਾਂ ਨੂੰ ਉਹ ਵੀ ਪੂਰਾ ਕਰਨ ਦਾ ਮੌਕਾ ਨਹੀਂ ਮਿਲਿਆ। ਸਭ ਤੋਂ ਪਹਿਲਾਂ ਤਾਂ ਪੁਲਿਸ ਦੇ ਉੱਪਰ ਜ਼ਬਰਦਸਤ ਐਕਸ਼ਨ ਲੈਣਾ ਬਣਦਾ ਹੈ ਕਿ ਉਹਨਾਂ ਨੂੰ ਇਹ ਹੱਕ ਕਿਸ ਨੇ ਦਿੱਤਾ that ਉਹ ਫੈਮਿਲੀ ਦੀ ਪਰਮਿਸ਼ਨ ਤੋਂ ਬਿਨਾਂ ਉਸ ਬੱਚੀ ਦਾ ਕ੍ਰੀਮੇਸ਼ਨ ਕਰ ਰਿਹਾ। ਸੈਕੰਡਲੀ, ਵੀ ਸ਼ੁੱਡ ਆਸਕ ਦ ਸੀਐਮ ਆਫ ਦੈਟ ਸਟੇਟ ਕਿ ਉਹਨਾਂ ਦੀ ਸਟੇਟ ਦੇ ਵਿੱਚ ਇਸ ਟਾਈਪ ਦੇ ਗੰਦੇ ਐਕਟ ਰੋਜ਼ ਦੀ ਰੋਜ਼ ਇੱਕ ਦਿਨ ਵਿੱਚ ਮੈਕਸੀਮਮ 33,356 ਤੋਂ ਜ਼ਿਆਦਾ ਰੇਪ ਉਸ ਸਟੇਟ ਵਿੱਚ ਹੋ ਰਿਹਾ। ਉੱਥੋਂ ਦਾ ਸੀਐਮ ਹੁਣ ਕਿਉਂ ਇਸ ਬਾਰੇ ਕੋਈ ਐਕਸ਼ਨ ਨਹੀਂ ਲੈ ਰਿਹਾ? ਫਸਟ ਥਿੰਗ ਇਹ ਹੈ ਕਿ ਦਿਸ ਇਜ਼ ਵੈਰੀ ਬੈਡ। ਅੱਜ ਤੋਂ ਪਹਿਲਾਂ ਵੀ ਬਹੁਤ ਸਾਰੇ ਰੇਪ ਹੁੰਦੇ ਆ ਰਹੇ, ਸਦੀਆਂ ਤੋਂ ਇੰਡੀਆ ਵਿੱਚ ਰੇਪ ਹੁੰਦੇ ਆ ਰਿਹਾ, ਬਟ ਕੋਈ ਐਕਸ਼ਨ ਨਹੀਂ ਲਿਆ ਜਾ ਰਿਹਾ। ਰੀਸੈਂਟਲੀ ਆਈ ਜਸਟ ਵਾਂਟ ਟੂ ਟੈਲ ਯੂ ਕਿ ਜਿਸ ਟਾਈਮ ਮੈਂ ਇੱਕ ਲਾਈਕ ਲਾਇਰ ਦੇ ਅੰਡਰ ਕੰਮ ਕਰ ਰਹੀ ਸੀ, ਉੱਥੇ ਵੀ ਇਹੀ ਚੀਜ਼ ਹੁੰਦੀ ਕਿ ਅਗਰ ਤੁਸੀਂ ਲਾਇਰ ਨੂੰ ਥੋੜੀ ਜਿਹੀ ਅਮਾਊਂਟ ਦੇ ਦਿਓ, ਲਾਈਕ 10 ਲੱਖ 5 ਲੱਖ ਦੇ ਦਿਓ, ਤਾਂ ਉਹ ਲਾਇਰਸ ਵੀ ਇੱਕ ਰੇਪਿਸਟ ਨੂੰ ਬਚਾਉਣ ਵਾਸਤੇ ਆਪਣੀ ਪੂਰੀ ਜਾਨ ਲਗਾ ਦਿੰਦੇ ਆ। ਐਂਡ ਦੂਜੇ ਪਾਸੇ ਜੋ ਕਿ ਰੇਪ ਵਿਕਟਿਮ ਹੈ ਉਸਦੀ ਫੈਮਿਲੀ, ਚਾਹੇ ਉਹ ਬਹੁਤ ਸਾਰੇ ਪੈਸੇ ਅਫੋਰਡ ਵੀ ਕਰ ਪਾਉਣ, ਚਾਹੇ ਨਹੀਂ ਵੀ ਅਫੋਰਡ ਕਰ ਪਾਉਣ, ਐਂਡ ਐਡਵੋਕੇਟ, ਪੁਲਿਸ ਕਮਿਸ਼ਨਰ ਜਾਂ ਜਿੰਨੇ ਵੀ ਹਾਈ ਪ੍ਰੋਫਾਈਲ ਵਾਲੇ ਲੋਕ ਹੈ, ਉਹ ਪੂਰੀ ਕੋਸ਼ਿਸ਼ ਕਰਦੇ ਆ ਕਿ ਜੋ ਰੇਪ ਵਿਕਟਮ ਹੈ ਉਹਨੂੰ ਕਿਸੇ ਵੀ ਕੰਡੀਸ਼ਨ ਦੇ ਵਿੱਚ ਜਸਟਿਸ ਨਾ ਮਿਲੇ। ਐਂਡ ਫਰੈਂਕਲੀ ਸਪੀਕਿੰਗ ਅੱਜ ਪੂਰਾ ਦੇਸ਼ ਜਿਹੜਾ ਹੈ ਉਹ ਅਫਕੋਰਸ ਗਮ ਵਿੱਚ ਡੁੱਬਿਆ ਹੈ। ਹਰ ਕੋਈ ਲੋਕ ਕੈਂਡਲ ਮਾਰਚ ਵੀ ਕਰਨਗੇ, ਅਲੱਗ ਤੋਂ ਅਲੱਗ ਧਰਨੇ ਵੀ ਲਗਾਏ ਜਾਣਗੇ, ਬਟ ਲਾਈਕ what is the result of this thing? What will be the result? We want justice. We really want ਕਿ ਇਸ ਟਾਈਪ ਦੇ ਜੋ ਰੇਪਿਸਟ ਹੈ ਉਹਨਾਂ ਨੂੰ ਮਤਲਬ ਫਾਂਸੀ ਨੂੰ ਆਪਾਂ ਬਿਲਕੁਲ ਐਂਡ ਟਾਈਪ ਦੀ ਸਜ਼ਾ ਮੰਨਦੇ ਹਾਂ, ਬਟ ਫਾਂਸੀ ਤੋਂ ਵੀ ਬੁਰੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਐਜ਼ ਵੀ ਆਲ ਨੋ ਕਿ ਚਾਹੇ ਕੁਛ ਵੀ ਕਰ ਲਓ, ਨਾ ਤਾਂ ਕॉन्स्टिट्यूशन ਇਸ ਦੇ ਅਗੇਂਸਟ ਕੋਈ ਪ੍ਰੋਪਰ ਲਾਅ ਬਣਾਉਣਾ ਹੈ, ਨਾ ਤਾਂ ਪੁਲਿਸ ਨੇ ਕਦੀ ਕੁਛ ਕਰਨਾ ਹੈ, ਨਾ ਕਿਸੇ ਪੋਲੀਟੀਕਲ ਪਾਰਟੀਜ਼ ਨੇ ਕੁਛ ਕਰਨਾ, ਬਿਕॉज ਵੀ ਆਲ ਨੋ ਕਿ ਪੋਲੀਟੀਕਲ ਪਾਰਟੀਜ਼ ਦੇ ਆਲ ਆਰ ਇਨਵॉल्वड इन दिस काइंड ऑफ हाइनस एक्ट्स। आई जस्ट वांट कि पूरा देश इस गंदी हरकत के खिलाफ आवाज़ उठाए। एंड सब तो पहला तो बीइंग अ गर्ल आज अगर मैं एक रोड ऊपर भी जानी हाँ, यू कैन सी नॉट ओनली मी लाइक ऑल द गर्ल्स, कोई भी बंदा अगर बाइक ऊपर भी जा रहा है ना, उसकी एक सब तो गंदी आदत है कि वो पिछे मुड़ के कुड़ी नूं जरूर देखेगा, चाहे वो बाइक आगे किसी चीज़ नाल टकरा के गिरी क्यों ना जाए। बट आई डोंट नो व्हाट इज दिस हैपनिंग। ये नो डाउट पूरे वर्ल्ड में हो रहा है, बट आजकल अपने पंजाब विच, यूपी विच बहुत सारिया जो कि लो बैकवर्ड स्टेट्स है उन्होंने ये चीज़ बहुत ज़्यादा हो रही है। मुंडिया नूं ये लगता है कि बस असी कुड़ी देख ली असी बहुत खुश हैं। आई डोंट नो कि व्हाट दे हैव अचीव्ड एंड ऑल थिंग। थर्ड शॉकिंग न्यूज़, एक फॉर्मर चीफ जस्टिस है किसी स्टेट का, उन्होंने ये चीज़ बोली है कि साडे देश में अनएम्प्लॉयमेंट बहुत ज़्यादा बढ़ रहा है, एंड इस करके बेचारे मुंडे की करन, बिकॉज उन्होंने कोल करन लई कोई काम धंधा है नहीं है, तो वो फिर रेप ही तो करनगे, बिकॉज पॉपुलेशन वधिया, अनएम्प्लॉयमेंट वधिया। आई जस्ट वांट टू आस्क द प्रेजिडेंट एंड द प्राइम मिनिस्टर ऑफ दिस कंट्री कि अगर तुहानू लग रहा है कि अनएम्प्लॉयमेंट इज द सोल रीजन ऑफ द रेप, देन व्हाई डोंट यू प्रोवाइड एम्प्लॉयमेंट टू द जनरेशन? व्हाई डोंट यू प्रोवाइड जॉब्स एंड एक्यूरेट फुल फ्लैज सैलरी जॉब्स टू द यूथ,
ਤਾਂ ਕਿ ਉਹ ਇਸ ਟਾਈਪ ਦੀ ਗੰਦੀ ਹਰਕਤ ਨਾ ਕਰਨ। ਸੈਕੰਡਲੀ, ਅਗਰ ਤੁਸੀਂ ਲੋਕ ਇੰਪਲੋਇਮੈਂਟ ਨਹੀਂ ਦੇ ਸਕਦੇ ਦੈਨ ਯੂ ਸ਼ੁਡ ਐਕਚੁਅਲੀ ਮੇਕ ਸੱਚ ਕਾਈਂਡ ਆਫ ਲਾਸ ਐਂਡ ਦ ਸਟਰਨ ਲਾਸ ਸੋ ਦੈਟ ਜੋ ਵੀ ਬੰਦਾ ਇਸ ਟਾਈਪ ਦੀ ਗੰਦੀ ਹਰਕਤ ਕਰੇ ਕੁੜੀ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਪੁਲਿਸ ਜਾਂ ਕਿਸੇ ਕੋਲ ਜਾਏ ਬਿਨਾਂ ਖੁਦ ਹੀ ਉਸਦੀ ਧੱਜੀਆਂ ਉਡਾ ਸਕਣ। ਦੇ ਸ਼ੁਡ ਜਸਟ ਕੰਪਲੀਟਲੀ ਸ਼ੂਟ ਦੋਜ਼ ਬਾਸਟਰਸ ਔਨ ਦ ਸੇਮ ਰੋਡ। देखो, फर्स्ट थिंग, गवर्नमेंट ने ना आज तक कुछ किया है, ना ही उन्होंने कुछ करना है। तो दिस इज माई हम्बल रिक्वेस्ट टू ऑल द गर्ल्स, ऑल द लेडीज एंड ऑल द मदर्स एंड एवरीवन एंड स्पैशली देयर फादर्स कि अपनी कुड़ियां ਨੂੰ ਇਸ ਕਾਬਿਲ ਬਣਾਓ ਕਿ ਉਹ ਖੁਦ ਹੀ ਇਸ ਟਾਈਪ ਦੀ ਹਾਈਨਸ ਐਕਟ ਦੇ ਅਗੇਂਸਟ ਲੜਨ ਦੀ क्षमता ਰੱਖਣ ਤਾਂ ਕਿ ਉਹਨਾਂ ਨੂੰ ਨਾ ਤਾਂ ਕਿਸੇ ਪੁਲਿਸ ਕਰਮਚਾਰੀ ਕੋਲ ਜਾਣਾ ਪਏ। ਕਿਉਂਕਿ ਅਗਰ ਕਿਸੇ ਗਰੀਬ ਪਰਿਵਾਰ ਦੀ ਲੜਕੀ ਦਾ ਰੇਪ ਹੋ ਰਿਹਾ ਹੈ, ਉਹ ਪੁਲਿਸ ਕੋਲ ਜਾ ਰਹੀ ਹੈ ਤਾਂ ਪੁਲਿਸ ਉਸ ਨੂੰ ਰੇਪ ਤੋਂ ਜ਼ਿਆਦਾ ਹਿਊਮਿਲੇਟ ਕਰਦੀ ਹੈ, ਉਸਦੀ ਫੈਮਿਲੀ ਨੂੰ ਜ਼ਿਆਦਾ ਹਿਊਮਿਲੇਟ ਕਰਦੀ ਹੈ। Then I mean, frankly speaking, this is really bad. This is really, really bad. We just want justice and we want these bastards to be hanged so badly ताकि इस टाइप की कोई भी गंदी हरकत अपने देश में और ना हो पाए। तो मैं उम्मीद करती हूँ कि मेरा मैसेज सब लोगों तक पहुँच गया होगा। एंड प्लीज़ आई जस्ट वॉन्ट कि साडी संस्था नो डाउट तुहाडे अगे हमेशा खड़ी है, तुहाडे नाल खड़ी है। किसी को कोई भी प्रॉब्लम होए, यू कैन जस्ट कॉल अवर ऑर्गेनाइजेशन एनी टाइम। वी आर ऑलवेज देयर टू हेल्प यू इन एनी कंडीशन एंड एनी सिचुएशन। थैंक यू सो मच।